ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ ਅਤੇ ਆਪਣੀ ਭਲਾਈ ਸਾਡੇ ਜੀਵਨ ਵਿੱਚ ਕਰਦਾ ਹੈ ਕਿ ਅਸੀਂ ਤੇਰੇ ਨਾਮ ਨੂੰ ਉੱਚਾ ਕਰ ਸਕੀਏ। ਸੱਚਮੁੱਚ ਪਰਮੇਸ਼ਰ, ਅਸੀਂ ਜਦੋਂ ਤੇਰੇ ਵਚਨ ਨੂੰ ਪੜ੍ਹਦੇ ਹਾਂ ਤਾਂ ਆਪਣੇ ਵਚਨ ਦੇ ਭੇਤਾਂ ਨੂੰ ਸਾਡੇ ਵਿੱਚ ਪ੍ਰਗਟ ਕਰ, ਤਾਂ ਕਿ ਅਸੀਂ ਇਸ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹੋਏ ਤੇਰੀ ਸੱਚੀ ਅਤੇ ਜਿਉਂਦੀ ਆਸ ਦੇ ਵਿੱਚ ਸ਼ਰੀਕ ਹੋ ਕੇ ਤੇਰੇ ਨਾਲ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਇਸ ਸੁੰਦਰ ਵਚਨ ਦੇ ਲਈ ਜਿਸ ਵਿੱਚ ਮੈਂ ਜੋ ਭਾਗ ਲਿਆ ਹੈ ਉਹ ਹੈ ਪਹਿਲਾ ਯਹੋਨਾ 5 ਅਧਿਆਏ ਉਸ ਦੀ 20 ਆਇਤ। ਇੱਥੇ ਲਿਖਿਆ ਹੈ, ਅਸੀਂ ਜਾਣਦੇ ਹਾਂ ਜੋ ਪਰਮੇਸ਼ਰ ਦਾ ਪੁੱਤਰ ਆਇਆ ਅਤੇ ਸਾਨੂੰ ਬੁੱਧ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਪਛਾਣੀਏ। ਅਸੀਂ ਉਸ ਵਿੱਚ ਜੋ ਸੱਤ ਹੈ ਅਰਥਾਤ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਰਹਿੰਦੇ ਹਾਂ। ਸੱਚਾ ਪਰਮੇਸ਼ਰ ਅਤੇ ਅਨੰਤ ਜੀਵਨ ਇਹੋ ਹੈ। ਮੇਰਾ ਅੱਜ ਦਾ ਇਸ ਦੇ ਨਾਲ ਵਿਸ਼ਾ ਇਹੋ ਹੈ ਕਿ ਪਰਮੇਸ਼ਰ ਦਾ ਪੁੱਤਰ ਆਇਆ ਹੈ, ਉਹਨੇ ਸਾਨੂੰ ਬੁੱਧ ਦਿੱਤੀ ਹੈ, ਭਾਵ ਸਮਝ ਦਿੱਤੀ ਹੈ। 3 ਵੱਡੇ ਸੱਚ ਹਨ ਜਿਹੜੇ ਬਾਈਬਲ ਦੇ ਅਨੁਸਾਰ ਮਸੀਹਤ ਦੇ ਵਿੱਚ ਬੁਨਿਆਦੀ ਨੀਂਹ ਬਣਾਉਂਦੇ ਹਨ। 3 ਸੱਚ ਹੈ ਜਿਹੜੇ ਮਸੀਹਤ ਵਿੱਚ 3 ਬੁਨਿਆਦੀ ਨੀਂਹ ਦੇ ਤੱਤ ਬਣਾਉਂਦੇ ਆ। ਪਹਿਲੀ ਗੱਲ, ਪਰਮੇਸ਼ਰ ਦਾ ਪੁੱਤਰ ਆ ਚੁੱਕਾ ਹੈ। ਦੂਸਰੀ ਗੱਲ, ਹੁਣ ਉਹ ਇੱਥੇ ਨਹੀਂ ਹੈ। ਅਤੇ ਦੂਸਰਾ, ਪਵਿੱਤਰ ਆਤਮਾ ਆ ਚੁੱਕਾ ਹੈ ਅਤੇ ਸਾਡੇ ਵਿੱਚ ਮੌਜੂਦ ਹੈ। ਤੀਸਰੀ ਗੱਲ, ਪਰਮੇਸ਼ਰ ਦਾ ਪੁੱਤਰ ਫੇਰ ਆਵੇਗਾ। 3 ਤੱਥ ਇਸ ਵਚਨ ਦੇ ਨਾਲ ਜਦੋਂ ਮੈਂ ਅਧਿਐਨ ਕਰਦਾ ਹਾਂ ਤਾਂ ਸੱਚ ਨਜ਼ਰ ਆਉਂਦੇ ਆ, ਔਰ ਇਹ ਤੱਥ ਬਦਲੇ ਨਹੀਂ ਜਾ ਸਕਦੇ ਔਰ ਨਾ ਮੈਂ ਇਹਨਾਂ ਨੂੰ ਬਦਲ ਸਕਦਾ ਹਾਂ। ਕਿਉਂਕਿ ਇਹ ਸੱਚਾਈ ਬਾਈਬਲ ਦੇ ਵਿੱਚ ਰੇਖਾਂਕਿਤ ਕਰ ਦਿੱਤੀ ਗਈ ਹੈ। ਔਰ ਜਦੋਂ ਅਸੀਂ ਇਸ ਦਾ ਮਨਨ ਕਰਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਸੱਚ ਦੇ ਨਾਲ ਸਾਡੇ ਸਾਹਮਣੇ ਆਉਂਦੀਆਂ ਹੈ। ਕਿਉਂਕਿ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਬੁੱਧ ਦਿੱਤੀ ਹੈ। ਅਸੀਂ ਪਹਿਲਾਂ ਸਾਡੇ ਕੋਲ ਪਰਮੇਸ਼ਰ ਦੀ ਬੁੱਧ, ਜਿਹੜੀ ਪਰਮੇਸ਼ਰ ਨੂੰ ਪਛਾਣਨ ਦੀ ਸੀ, ਜਿਹੜੀ ਪਰਮੇਸ਼ਰ ਨੂੰ ਜਾਣਨ ਦੀ ਸੀ, ਉਹ ਨਹੀਂ ਸੀ। ਕਿਉਂਕਿ ਉਹ ਅਸੀਂ ਬਾਬੇ ਆਦਮ ਤੋਂ ਹੀ ਖੋ ਚੁੱਕੇ ਸੀ ਔਰ ਅਸੀਂ ਉਸ ਪਰਮੇਸ਼ਰ ਨੂੰ ਨਾ ਦੇਖਦੇ ਸੀ, ਨਾ ਉਸ ਦੀ ਸੰਗਤ ਕਰਦੇ ਸੀ। ਪਰ ਧੰਨਵਾਦ ਹੈ ਪਰਮੇਸ਼ਰ ਦਾ, ਜਿਸ ਨੇ ਆਪਣੇ ਪੁੱਤਰ ਦੇ ਰਾਹੀਂ ਜੋ ਆਇਆ, ਇਸ ਲਈ ਆਇਆ ਕਿ ਸਾਨੂੰ ਬੁੱਧ ਦੇਵੇ ਕਿ ਅਸੀਂ ਉਹਦੀ ਦਿੱਤੀ ਹੋਈ ਸਮਝ ਦੇ ਨਾਲ ਉਸ ਨੂੰ ਪਛਾਣ ਸਕੀਏ ਅਤੇ ਉਸ ਦੇ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਉਹਦੇ ਨਾਲ ਚੱਲ ਮਿਲੀਏ। ਇਹ ਸੱਚ ਹੈ ਜੋ ਯਹੋਨਾ ਇਸ ਜਗ੍ਹਾ ਦੇ ਉੱਤੇ ਲਿਖ ਰਿਹਾ ਹੈ। ਪਹਿਲਾ ਵੱਡਾ ਸੱਚ, ਦੇਹਧਾਰੀ ਹੋਣ ਦੀ ਅਨੋਖੀ ਸੱਚਾਈ। ਪਰਮੇਸ਼ਰ ਦਾ ਪੁੱਤਰ ਆ ਚੁੱਕਾ ਹੈ। ਯਹੋਨਾ ਉਸ ਦੇ ਅੰਸ਼ ਵਿੱਚ ਗੱਲ ਕਰਦਿਆਂ ਕਹਿੰਦਾ ਹੈ, ਸੱਚ ਪਰਮੇਸ਼ਰ ਦਾ ਅਤੇ ਅਨੰਤ ਜੀਵਨ ਇਹੋ ਹੈ। ਝੂਠੇ ਸਿੱਖਿਅਕ ਦੇ ਜਵਾਬ ਵਿੱਚ ਜਿਨ੍ਹਾਂ ਨੂੰ ਲਿਖਿਆ ਹੈ, ਇਹਦਾ ਮਤਲਬ
ਮਸੀਹ ਦੀਆਂ ਕੁਝ ਵਿਸ਼ੇਸ਼ਤਾਵਾਂ ਸੀ ਜਿਹੜੀਆਂ ਇਸ ਚੀਜ਼ ਨੂੰ ਨਕਾਰਦੀਆਂ ਸਨ। ਇਸ ਗੱਲ ਨੂੰ ਸਮਝਣ ਦੇ ਲਈ ਮੈਂ ਆਪ ਦੇ ਨਾਲ ਯਹੋਨਾ ਰਚੀ ਸੁਸਮਾਚਾਰ ਯਹੋਨਾ ਦੀ ਪਹਿਲੀ ਪੱਤਰੀ ਉਸ ਦਾ 2 ਅਧਿਆਏ ਉਸ ਦੀ 18 ਅਤੇ 23 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਜਿੱਥੇ ਯਹੋਨਾ ਇਸ ਤੱਥ ਨੂੰ ਜੋ ਉਹ ਦੇਹ ਵਿੱਚ ਹੋ ਕੇ ਸਾਡੇ ਵਿਚਕਾਰ ਆਇਆ ਹੈ। ਝੂਠੇ ਸਿੱਖਿਅਕ ਇਸ ਦੇ ਵਿਰੋਧ ਵਿੱਚ ਗੱਲ ਕਰਦੇ ਨੇ। ਮੈਂ 18 ਤੋਂ 23 ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਹੇ ਬਾਲਕੋ, ਇਹ ਅੰਤ ਦਾ ਸਮੇਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਭਾਈ ਮਸੀਹ ਦਾ ਵਿਰੋਧੀ ਆਉਂਦਾ ਹੈ, ਸੋ ਹੁਣ ਵੀ ਮਸੀਹ ਦੇ ਵਿਰੋਧੀ ਵਾਲੇ ਉੱਠੇ ਹੋਏ ਹਨ, ਜਿਸ ਤੋਂ ਅਸੀਂ ਜਾਣਦੇ ਹਾਂ ਭਾਈ ਇਹ ਅੰਤ ਦਾ ਸਮਾਂ ਹੈ। ਉਹ ਸਾਡੇ ਵਿੱਚੋਂ ਨਿਕਲ ਗਏ ਪਰ ਸਾਡੇ ਨਾਲ ਦੇ ਨਹੀਂ ਹਨ, ਕਿਉਂ ਜੋ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ, ਪਰ ਉਹ ਨਿਕਲ ਗਏ ਤਾਂ ਜੋ ਪ੍ਰਗਟ ਹੋਣ ਭਾਈ ਉਹ ਸਭੇ ਸਾਡੇ ਨਾਲ ਦੇ ਨਹੀਂ ਹਨ। ਤੁਸੀਂ ਉਹਦੀ ਵੱਲ ਜਿਹੜਾ ਪਵਿੱਤਰ ਹੈ ਮਸਾ ਕੀਤੇ ਹੋਏ ਹੋ ਅਤੇ ਸਭ ਕੁਝ ਜਾਣਦੇ ਹੋ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸੱਚ ਨੂੰ ਨਹੀਂ ਜਾਣਦੇ, ਸਗੋਂ ਇਸ ਲਈ ਜੋ ਤੁਸੀਂ ਜਾਣਦੇ ਹੋ, ਅਤੇ ਇਸ ਲਈ ਕੋਈ ਝੂਠ ਸੱਚ ਵਿੱਚੋਂ ਨਹੀਂ ਹੈ। ਝੂਠਾ ਕੌਣ ਹੈ? ਪਰ ਉਹ ਜਿਹੜਾ ਯਸੂ ਦਾ ਇਨਕਾਰ ਕਰਦਾ ਹੈ। ਭਾਈ ਉਹ ਮਸੀਹ ਨਹੀਂ, ਉਹ ਮਸੀਹ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ। ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਅਤੇ ਪਿਤਾ ਉਹਦੇ ਕੋਲ ਨਹੀਂ, ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਹਦੇ ਕੋਲ ਹੈ। ਇਹ ਝੂਠੇ ਸਿੱਖਿਅਕ ਯਿਸੂ ਮਸੀਹ ਦੇ ਇਸ ਗੱਲ ਦਾ ਇਨਕਾਰ ਕਰਦੇ ਹੈ ਕਿ ਉਹ ਪਰਮੇਸ਼ਰ ਹੈ ਨਹੀਂ। ਉਹ ਇਸ ਚੀਜ਼ ਦਾ ਵੀ ਇਨਕਾਰ ਕਰਦੇ ਹੋ ਉਹ ਆਇਆ ਹੀ ਨਹੀਂ। ਅੱਜ ਬਹੁਤ ਸਾਰੀਆਂ ਅਜਿਹੀਆਂ ਡਿਨੋਮੀਨੇਸ਼ਨਸ ਪੈਦਾ ਹੋ ਗਈਆਂ ਨੇ, ਬਹੁਤ ਸਾਰੇ ਅਜਿਹੇ ਆਪਣਾ ਸਿੱਖਿਅਕ ਆ ਚੁੱਕੇ ਨੇ ਜਿਹੜੇ ਯਿਸੂ ਮਸੀਹ ਦੀ ਹੋਂਦ ਦਾ ਇਨਕਾਰ ਕਰਦੇ ਨੇ। ਉਹ ਕਹਿੰਦੇ ਆ ਕਿ ਪਰਮੇਸ਼ਰ ਮਨੁੱਖ ਹੈ ਹੀ ਨਹੀਂ। ਪਰ ਸੱਚ ਤਾਂ ਇਹ ਹੈ ਕਿ ਮਸੀਹ ਯਿਸੂ ਪਰਮੇਸ਼ਰ ਹੋ ਕੇ ਇਸ ਦੁਨੀਆ ਦੇ ਵਿੱਚ ਆਇਆ, ਜਿਸ ਦੇ ਬਾਰੇ ਯਹੋਨਾ ਕੀ ਕਹਿੰਦਾ ਹੈ, ਮੈਂ ਆਪ ਦੇ ਲਈ ਪੜ੍ਹ ਦਿੰਦਾ ਹਾਂ। ਪਹਿਲਾ ਯਹੋਨਾ 1 ਅਤੇ 2 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕਹਿੰਦਾ ਹੈ, ਜਿਸ ਨੂੰ ਅਸਾਂ ਸੁਣਿਆ, ਜਿਹਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਅਤੇ ਜਿਹਨੂੰ ਅਸੀਂ ਤੱਕਿਆ ਅਤੇ ਆਪਣੀ ਹੱਥੀਂ ਟੋਇਆ, ਉਹ ਪ੍ਰਗਟ ਹੋਇਆ। ਤੇ ਉਸੇ ਦੀ ਉਹ ਸਾਖੀ ਦੇ ਰਿਹਾ ਹੈ ਯਹੋਨਾ, ਕਿਉਂਕਿ ਇਹ ਸਮਝ ਅਤੇ ਬੁੱਧ ਪ੍ਰਭੂ ਯਿਸੂ ਮਸੀਹ ਨੇ ਜੋ ਪ੍ਰਗਟ ਹੋਇਆ ਹੈ ਉਸ ਨੇ ਸਾਨੂੰ ਦਿੱਤੀ ਹੈ। ਅਤੇ ਅਸੀਂ ਅਨੁਭਵ ਤੋਂ ਜਾਣਦੇ ਹਾਂ ਕਿ ਯਿਸੂ ਮਸੀਹ ਹੀ ਪਰਮੇਸ਼ਰ ਹੈ, ਜੋ ਸੱਚੀ ਬੁੱਧ ਦੇਣ ਵਾਲਾ ਅਤੇ ਸੱਚੀ ਸਮਝ ਦੇਣ ਵਾਲਾ, ਜਿਸ ਦੇ ਨਾਲ ਅਸੀਂ ਉਹਦੇ ਵਿੱਚ ਪਰਮੇਸ਼ਰ ਨੂੰ ਵੇਖਦੇ ਹਾਂ। ਉਹਦੇ ਵਿੱਚ ਪਰਮੇਸ਼ਰ ਨੂੰ ਵੇਖਦੇ ਹਾਂ। ਇਹ ਸੱਤ ਹੈ। ਇਹ ਕੋਈ ਖੂੰਜੇ ਵਾਲੀ ਘਟਨਾ ਨਹੀਂ ਜਿਹੜੀ ਮੈਂ ਆਪ ਨੂੰ ਦੱਸ ਦੇਵਾਂ। ਉਹ ਕੋਈ ਕਿਸੇ ਕਿਸਮ ਦੇ ਆਤਮਾ ਦਾ ਪ੍ਰਗਟਾਵਾ ਨਹੀਂ ਸੀ। ਜਿਵੇਂ ਕਈ ਮਨੁੱਖ ਮਸੀਹ ਵਿਰੋਧੀ ਦਾ ਪ੍ਰਚਾਰ ਕਰਦੇ ਸਨ ਅਤੇ ਪਾਪ ਰਹਿਤ ਇੱਕ ਅਸਲ ਮਨੁੱਖ ਦੇ ਬਾਰੇ ਉਹ ਉਸ ਨੂੰ ਨਹੀਂ ਜਾਣਦੇ। ਪ੍ਰਭੂ ਪਾਪ ਰਹਿਤ ਹੋ ਕੇ ਆਇਆ। ਕਿਉਂ? ਪੌਲਸ ਕੁਰੰਥ ਦੇ ਵਿੱਚ, ਜਦੋਂ ਅਸੀਂ ਕੁਰੰਥੀਆਂ ਦੀ ਪੁਸਤਕ ਉਸ ਦਾ 5 ਅਧਿਆਏ ਉਸ ਦੀ 21 ਆਇਤ ਪੜ੍ਹਦੇ ਹਾਂ, ਕਹਿੰਦਾ ਹੈ, ਜਿਹੜਾ ਪਾਪ ਦਾ ਜਾਣੂ ਨਹੀਂ ਸੀ ਉਹ ਸਾਡੀ ਖਾਤਰ ਪਾਪ ਬਣਿਆ। ਇਹਦਾ ਮਤਲਬ ਪਾਪ ਰਹਿਤ ਸੀ। ਜਿਹੜਾ ਦੇਹਧਾਰੀ ਹੋ ਕੇ ਆਇਆ ਉਹ ਪਾਪ ਰਹਿਤ ਸੀ। ਅਸੀਂ ਉਸ ਦੀ ਬੁੱਧ ਦੇ ਨਾਲ, ਅਸੀਂ ਉਸ ਦੀ ਸਮਝ ਦੇ ਨਾਲ ਇਹ ਸਮਝ ਸਕੇ ਕਿ ਉਹ ਆਇਆ
ਮਨੁੱਖ ਬਣ ਕੇ ਆਇਆ ਅਤੇ ਸਾਡੇ ਪਾਪਾਂ ਦਾ ਨਿਸਤਾਰਾ ਕਰਨ ਦੇ ਲਈ, ਸਾਡੇ ਪਾਪਾਂ ਤੋਂ ਸਾਨੂੰ ਉਸ ਸਜ਼ਾ ਤੋਂ ਬਚਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ। ਲਿਖਿਆ ਹੈ ਗਲਾਤੀਆਂ 3:13 ਦੇ ਵਿੱਚ, ਸ਼ਰਾਪਿਤ ਹੈ ਹਰ ਇੱਕ ਉਹ ਜਿਹੜਾ ਕਾਠ ਉੱਤੇ ਲਟਕਾਇਆ ਹੋਇਆ ਹੈ। ਮੇਰੇ ਪਿਆਰੋ, ਜੋ ਕਾਠ ਤੇ ਭਾਵ ਸਲੀਬ ਦੇ ਉੱਤੇ ਲਟਕਾਇਆ ਹੋਇਆ ਸ਼ਰਾਪਿਤ ਆ, ਮੇਰੀ ਖਾਤਰ ਸ਼ਰਾਪਿਤ ਹੋਇਆ ਦੇਹ ਦੇ ਵਿੱਚ। ਇਹ ਕੋਈ ਅਣਹੋਣੀ ਘਟਨਾ ਨਹੀਂ ਹੈ, ਇਹ ਘਟਨਾ ਸੱਚ ਅਤੇ ਵਾਸਤਵਿਕ ਹੈ। ਲੋਕ ਅੱਜ ਗਲੇ ਦੇ ਵਿੱਚ ਸਲੀਬ ਪਾਉਂਦੇ ਆ, ਲੋਕ ਘਰਾਂ ਦੇ ਉੱਤੇ ਸਲੀਬ ਲਾਉਂਦੇ ਆ। ਮੈਨੂੰ ਨਹੀਂ ਸਮਝ ਆਉਂਦਾ ਕਿਉਂ, ਉਸ ਦਾ ਮਤਲਬ ਕੀ ਮੈਨੂੰ ਨਹੀਂ ਸਮਝ ਆਉਂਦਾ। ਪਰ ਸਲੀਬ ਕਿਸ ਚੀਜ਼ ਨੂੰ ਪ੍ਰਗਟ ਕਰਦੀ ਹੈ? ਸਲੀਬ ਸ਼ਰਾਪ ਨੂੰ ਪ੍ਰਗਟ ਕਰਦੀ ਹੈ। ਤੇ ਮਸੀਹ ਦਾ ਲਹੂ ਅਤੇ ਮਸੀਹ ਦੀ ਕੁਰਬਾਨੀ, ਜਦੋਂ ਉਹਦੇ ਤੇ ਮੈਂ ਵਿਸ਼ਵਾਸ ਕਰਦਾ ਹਾਂ ਤਾਂ ਉਹ ਮੁਕਤੀ ਨੂੰ ਪ੍ਰਗਟ ਕਰਦੀ ਹੈ। ਵਿਸ਼ਵਾਸ ਕਰਦਾ ਹਾਂ ਤਾਂ ਉਹ ਮੁਕਤੀ ਨੂੰ ਪ੍ਰਗਟ ਕਰਦੀ ਹੈ। ਮੈਂ ਉਸ ਸ਼ਰਾਪ ਤੋਂ ਮੁਕਤ, ਜਿਹੜਾ ਸ਼ਰਾਪ ਮੈਨੂੰ ਆਉਣਾ ਸੀ, ਜਿਸ ਸ਼ਰਾਪ ਦੀ ਸਜ਼ਾ ਮੈਂ ਚੱਲਣੀ ਸੀ, ਉਹ ਪ੍ਰਭੂ ਨੇ ਚੱਲ ਲਈ। ਤੇ ਹੁਣ ਮੈਂ ਉਸ ਸ਼ਰਾਪ ਦੇ ਅਧੀਨ ਨਹੀਂ। ਜਦੋਂ ਮੈਂ ਸ਼ਰਾਪ ਦੇ ਅਧੀਨ ਨਹੀਂ ਹਾਂ ਤਾਂ ਉਹ ਸ਼ਰਾਪ ਨੂੰ ਮੈਂ ਲੈ ਕੇ ਫਿਰ ਸਕਦਾ ਨਹੀਂ। ਇਸ ਕਰਕੇ ਪੌਲਸ ਕਹਿੰਦਾ ਹੈ, ਜਦੋਂ ਗਲਾਤੀਆਂ 2:20 ਪੜ੍ਹਦੇ ਹਾਂ, ਹੁਣ ਮੈਂ ਜ਼ਿੰਦਾ ਨਹੀਂ, ਹੁਣ ਮੇਰੇ ਵਿੱਚ ਮਸੀਹ ਜ਼ਿੰਦਾ ਹੈ। ਮਸੀਹ ਜ਼ਿੰਦਾ ਹੈ ਤਾਂ ਉਹ ਉਸ ਸਲੀਬ ਦੇ ਨਾਲ ਨਹੀਂ, ਪਰਮੇਸ਼ਰ ਦੀ ਉਸ ਸਮਰੱਥ ਦੇ ਨਾਲ, ਜਿਸ ਦੇ ਵਿੱਚ ਅਸੀਂ ਅੱਜ ਜਿਉਂਦੇ ਹਾਂ। ਮੇਰੇ ਪਿਆਰੇ ਅਸੀਸ, ਇਹ ਭੇਦ ਹੈ, ਇਹ ਪਹਿਲੀ ਸੱਚਾਈ ਹੈ ਕਿ ਉਹ ਪੁੱਤਰ ਆ ਚੁੱਕਾ ਹੈ ਅਤੇ ਹੁਣ ਇੱਥੇ ਨਹੀਂ ਹੈ। ਹੁਣ ਉਹ ਇੱਥੇ ਨਹੀਂ ਹੈ, ਹੁਣ ਉਹ ਸਵਰਗ ਦੇ ਵਿੱਚ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ। ਤੇ ਫਿਰ ਹੁਣ ਸਾਡੇ ਕੋਲ ਕੀ ਹੈ? ਇਸ ਗੱਲ ਨੂੰ ਵੀ ਸਮਝਣਾ ਹੈ। ਬਾਣੀ ਦੱਸਦੀ ਹੈ ਕਿ ਹੁਣ ਸਾਡੇ ਕੋਲ ਪਰਮੇਸ਼ਰ ਦਾ ਆਤਮਾ ਹੈ, ਜਿਹੜਾ ਪੈਂਤੇਕੁਸਤ ਦੇ ਦਿਨ ਆਇਆ ਅਤੇ ਮੁੜ ਵਾਪਸ ਨਹੀਂ ਗਿਆ। ਹੁਣ ਸਾਡੇ ਵਿਚਕਾਰ ਹੈ। ਕਾਹਦੇ ਲਈ ਹੈ? ਕਿਉਂ ਹੈ? ਇਹ ਦੂਸਰੀ ਸੱਚਾਈ ਹੈ। ਇਹ ਦੂਸਰੀ ਸੱਚਾਈ ਹੈ ਜੋ ਪਰਮੇਸ਼ਰ ਨੇ ਆਪਣੀ ਬੁੱਧ ਅਤੇ ਸਮਝ ਦੇ ਨਾਲ ਮੇਰੇ ਅਤੇ ਆਪ ਦੇ ਵਿੱਚ ਪ੍ਰਗਟ ਕੀਤੀ ਹੈ। ਇਸ ਸੱਚਾਈ ਨੂੰ ਦੇਖਣ ਦੇ ਲਈ ਮੈਂ ਯਹੋਨਾ ਦੀ ਅੰਜੀਲ ਉਸ ਦਾ 16 ਅਧਿਆਏ ਉਸ ਦੀ 7 ਅਤੇ 8 ਆਇਤ ਨੂੰ ਆਪ ਦੇ ਲਈ ਪੜਾਂਗਾ, ਜਿੱਥੇ ਪਰਮੇਸ਼ਰ ਨੇ ਆਪਣੀ ਸੱਚਾਈ ਨੂੰ ਮੇਰੇ ਉੱਤੇ ਪ੍ਰਗਟ ਕੀਤਾ ਹੈ। 16 ਦਾ 7 ਅਤੇ 8 ਇੱਥੇ ਲਿਖਿਆ ਹੈ, ਕਹਿੰਦਾ ਹੈ, ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਸੱਚ, ਝੂਠ ਨਹੀਂ, ਸੱਚ ਆਖਦਾ ਹਾਂ ਭਾਈ, ਮੇਰਾ ਜਾਣਾ ਤੁਹਾਡੇ ਲਈ ਚੰਗਾ ਹੈ। ਕਿਹਦਾ? ਯਿਸੂ ਮਸੀਹ ਦਾ ਜਾਣਾ ਚੰਗਾ ਹੈ। ਕਿਉਂ ਚੰਗਾ ਹੈ? ਉਹ ਵੀ ਇੱਥੇ ਲਿਖ, ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ। ਸਹਾਇਕ ਭਾਵ ਪਵਿੱਤਰ ਆਤਮਾ ਤੁਹਾਡੇ ਕੋਲ ਨਾ ਆਵੇਗਾ। ਪਰ ਜੇ ਮੈਂ ਜਾਵਾਂ ਤਾਂ ਤੁਹਾਡੇ ਕੋਲ ਘੱਲ ਦਿਆਂਗਾ। ਇਹਦਾ ਮਤਲਬ ਘੱਲਿਆ ਗਿਆ ਇਸ ਧਰਤੀ ਦੇ ਵਿੱਚ ਪੈਂਤੇਕੁਸਤ ਦੇ ਦਿਨ। ਇਹ ਸੱਚਾਈ ਹੈ, ਇਹ ਝੂਠ ਨਹੀਂ। ਔਰ ਉਹਦੇ ਨਾਲ ਉਹ ਕਰਦਾ ਕੀ ਹੈ? ਜਿਹੜਾ ਆ ਚੁੱਕਾ ਹੈ, ਜਿਹੜਾ ਠਹਿਰ ਚੁੱਕਾ ਹੈ, ਜਿਹੜਾ ਗਿਆ ਨਹੀਂ, ਉਹ ਕਰ ਕੀ ਰਿਹਾ ਹੈ? ਹੁਣ ਸਵਾਲ ਇਹ ਹੈ, ਉਹ ਕਰ ਕੀ ਰਿਹਾ ਹੈ? 8 ਆਇਤ ਦੇ ਵਿੱਚ ਇਸ ਦਾ ਜਵਾਬ ਹੈ, ਕਹਿੰਦਾ, ਅਤੇ ਉਹ ਆਣ ਕੇ ਜਗਤ ਨੂੰ ਪਾਪ। ਇਹਦਾ ਮਤਲਬ ਮੈਂ ਪਾਪੀ ਹਾਂ, ਉਹ ਮੈਨੂੰ ਕੀ ਕਰਦਾ ਹੈ? ਰਿਮੈਂਬਰ ਕਰਦਾ। ਯੂ ਆਰ ਦਾ ਸਿਨਰ। ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ, ਇੱਕ ਮਨੁੱਖ ਤੋਂ ਪਾਪ ਜਗਤ ਵਿੱਚ ਆਇਆ, ਪਾਪ ਤੋਂ ਮੌਤ ਆਈ ਅਤੇ ਮੌਤ ਸਭਨਾ ਮਨੁੱਖਾਂ ਵਿੱਚ ਫੈਲ ਗਈ ਅਤੇ ਇਸ ਮੌਤ ਨੇ ਸਭਨਾ ਮਨੁੱਖਾਂ ਵਿੱਚ ਰਾਜ ਕੀਤਾ। ਇਹਦਾ ਮਤਲਬ ਬਾਣੀ ਦੀ ਬੁੱਧ ਅਤੇ ਸਮਝ ਦੇ ਨਾਲ ਮੈਨੂੰ ਰਿਮੈਂਬਰ ਕਰਾਉਂਦਾ, ਯੂ ਆਰ ਦਾ ਸਿਨਰ। ਤੂੰ ਪਾਪੀ ਹੈ। ਜੇ ਤੂੰ ਪਾਪੀ ਹੈ ਤਾਂ ਕੀ ਹੈ?
परमेश्वर के न्याय नूं सुण। परमेश्वर का न्याय की है? रोमिया 6 का 23 ਦੇ ਵਿੱਚ ਲਿਖਿਆ ਹੈ, ਪਾਪ ਦੀ ਮਜ਼ਦੂਰੀ ਮੌਤ ਹੈ ਅਤੇ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਸੂ ਵਿੱਚ ਸਦੀਪਕ ਜੀਵਨ ਹੈ। ਹੁਣ ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼, परमेश्वर का वरदान, परमेश्वर का दान जो मेरे लिए दिता गया है, परमेश्वर की बुद्ध अते समझ दसदी है, जे उसके उत्ते विश्वास करें तो तू जीवन प्राप्त करेगा, सदा का जीवन प्राप्त करेगा। यूहन्ना 3:16 ਦੇ ਵਿੱਚ ਵੀ प्रभु यीशु मसीह ने कहा, परमेश्वर ने जगत नाल अजिहा प्यार किया कि उन्हें अपना इकलौता पुत्र बख्श दिता, ताकि हर एक जो उस उत्ते नेचा करे वो नाश ना होवे, बल्कि सदीपक जीवन प्राप्त करे। ये दूसरी सच्चाई है जो पवित्र आत्मा दे रही, पहली मैनू पाप दे विखे, दूसरी न्याय दे विखे, अते तीसरी ओ दे विखे कायल करेगा। कायल मतलब मैनू पश्चातापी हिरदे देवेगा कि मैं उस नूं अपने जीवन दे विच मन लवां अते परमेश्वर दी संतान उस दे उत्ते विश्वास करके बन जावां, जिस दे लई प्रभु यीशु मसीह इस दुनिया दे विच आया। और इस सारी गल नूं रिमेंबर कराउण दे लई परमेश्वर ने अपना आत्मा मेरे विच कलिया, और हुण भी इस धरती ते मौजूद है। हर एक इंसान नूं, हर एक मनुख नूं उस दी खुशखबरी दा संदेश देण लई। मेरे कोल अपने आप खुशखबरी नहीं आई, जो आत्मा दी खुशखबरी मेरे कोल ना आती, वो आत्मा दे राही वचन मेरे कोल ना आंदा, तां आई एम नॉट बिलीवर, मैं अज विश्वासी ना हुंदा। पर उसने खुशखबरी नूं मेरे कोल कलिया, मैं उस दे उत्ते विश्वास किया, तां मैं उस विच अज परमेश्वर दी संतान। कहता है यूहन्ना 1:12 ਦੇ ਵਿੱਚ, जिन्हां ने उस उत्ते नेचा कीती उसने उन्हां नूं परमेश्वर दी संतान होण दा हक दिता। हुण पवित्र आत्मा दे विच मैं विश्वासी बन गया, तो पवित्र आत्मा हुण मेरे लिए कर की रहा है। हुण अगे असी इसे दा 13 आयत पढ़ते हैं, पर जद वो अर्थात सच्चाई दा आत्मा आवे तद वो सारी सच्चाई विच तुहाडी अगवाई करेगा। अगवाई करेगा मतलब जद तक मेरा प्रभु आ ना जावे उदों तक मैनू पवित्र रहन दे लई, उदों तक मैनू पवित्रता दे विच चलण दे लई, उदों तक मैनू पवित्रता दे विच बने रहन दे लई वो मेरी अगवाई करेगा। समझदे हो गल? किन्ना वड्डा सच है अते किन्ना वड्डा तत्थ है जो इत्थे यूहन्ना अपनी पत्री दे विच आख रहा। असी जानते हाँ जो परमेश्वर का पुत्र आया है अते सानू बुद्ध देती है। ये सच्चाई, ये दूसरी सच्चाई है जो पवित्र आत्मा दे राही मेरे कहता वो अगवाई करेगा, क्यों जो अपनी वालों ना कहेगा, सोई कहेगा, सोई जो सुनेगा सोई आखेगा अते होण वालियां गल्लां तुहानूं दसेगा। कि इस सत्त दे राह दे उत्ते चलदे कौन तुहाडे नाल विरोध कर रहा है, कौन तुहाडे नाल तुहानूं धोखा दे रहा है, कौन तुहानूं फाही दे विच पाउण वाला है, ये सब गल्लां परमेश्वर दा आत्मा तुहानूं दसेगा। वचन दे रहा, वचन तो बाहर नहीं, ये सच है। तीसरी गल असीं देखदे हां, परमेश्वर दा पुत्र फेर आवेगा। ये सच है, ये सच है। जदों असी रसूलों के करतब 1 अध्याय पढ़ते हैं तो स्वर्गदूत एक सुनेहा दिंदा होया नज़र आउंदा है। वो सुनेहा मैनू अते आप नूं दिता गया। वो सुनेहा इस गल नूं दसदा है कि वो फेर आवेगा। जदों असी ये गल देखते हैं, इस गल दे बारे अपना ध्यान करते हैं, तां वो कहंदा है की कहता है, मैं आप दे नाल इस गल नूं पढ़दा हाँ,
ਕਹਿੰਦਾ ਇਕੱਠੇ ਹੋਏ 6 ਆਇਤ ਤੋਂ, ਸੋ ਜਾਂ ਉਹ ਇਕੱਠੇ ਹੋਏ ਉਸ ਤੋਂ ਪੁੱਛਿਆ, ਪ੍ਰਭੂ ਜੀ ਕੀ ਤੂੰ ਇਸ ਵੇਲੇ ਇਸਰਾਇਲ ਦਾ ਰਾਜ ਬਹਾਲ ਕਰਨ ਆਇਆ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ, ਤੁਸੀਂ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹੋਏ ਹਨ। ਇਹ ਪ੍ਰਭੂ ਦੇ ਵਸ ਵਿੱਚ ਹੈ, ਇਹ ਪਿਤਾ ਦੇ ਵਸ ਵਿੱਚ ਹੈ। ਪ੍ਰਭੂ ਨੂੰ ਜਦੋਂ ਹੁਕਮ ਦੇਵੇਗਾ ਤਦ ਉਹ ਆਵੇਗਾ, ਆਪਣੀ ਮਰਜ਼ੀ ਦੇ ਨਾਲ ਨਹੀਂ ਆਏਗਾ। ਆਏਗਾ ਜ਼ਰੂਰ। ਕਹਿੰਦਾ ਹੈ, ਹੇ ਇਸਰਾਏਲੀ ਪੁਰਖੋ, ਤੁਸੀਂ ਹੁਣ ਕਾਹਨੂੰ ਉੱਧਰ ਨੂੰ ਦੇਖਦੇ ਹੋ? ਜਿਵੇਂ ਉਹ ਗਿਆ ਹੈ ਤਿਵੇਂ ਉਹ ਵਾਪਸ ਵੀ ਆਵੇਗਾ, ਤਿਵੇਂ ਉਹ ਵਾਪਸ ਵੀ ਆਵੇਗਾ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਜੋ ਬੱਦਲਾਂ ਦੇ ਉੱਤੇ ਗਿਆ ਹੈ, ਉਹ ਮੁੜ ਬੱਦਲਾਂ ਤੇ ਉਸੇ ਪ੍ਰਕਾਰ ਆਵੇਗਾ ਅਤੇ ਹਰ ਇੱਕ ਅੱਖ ਉਹਨੂੰ ਵੇਖੇਗੀ। ਜਿਨ੍ਹਾਂ ਨੇ ਤਾਂ ਨਿਹਚਾ ਕੀਤੀ ਹੈ, ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਪਰਮੇਸ਼ਰ ਦੀ ਦਿੱਤੀ ਹੋਈ ਬੁੱਧ ਅਤੇ ਸਮਝ ਦੇ ਅਨੁਸਾਰ, ਉਹ ਤਾਂ ਉਸ ਦੇ ਨਾਲ ਬੱਦਲਾਂ ਦੇ ਉੱਤੇ ਉਠਾ ਲਿੱਤੇ ਜਾਣਗੇ। ਜਿਨ੍ਹਾਂ ਨੇ ਨਹੀਂ, ਮੇਰੇ ਭਰਾ ਅਤੇ ਭੈਣ, ਉਹ ਸਦੀਵੀ ਅੱਗ ਦੇ ਲਈ ਉਸ ਦੇ ਹਵਾਲੇ ਕਰ ਦਿੱਤੇ ਜਾਣਗੇ। ਇਸ ਲਈ ਹੁਣ ਆਪ ਦੇ ਕੋਲ ਮੌਕਾ ਹੈ ਕਿ ਯਿਸੂ ਮਸੀਹ ਜੋ ਦੇਹ ਦੇ ਵਿੱਚ ਹੋ ਕੇ ਆਇਆ, ਜਿਸ ਨੇ ਮੇਰੇ ਪਾਪਾਂ ਦਾ ਨਿਸਤਾਰਾ ਕੀਤਾ ਅਤੇ ਮੈਨੂੰ ਆਪਣੇ ਵਿੱਚ ਪਰਮੇਸ਼ਰ ਪੁੱਤਰ ਹੋਣ ਦਾ ਹੱਕ ਦਿੱਤਾ, ਉਸ ਦੇ ਉੱਤੇ ਨਿਹਚਾ ਕਰੀਏ। ਜੇ ਅਸੀਂ ਨਿਹਚਾ ਕਰਦੇ ਹਾਂ ਤਾਂ ਅਸੀਂ ਉਸ ਸਦੀਵੀ ਨਰਕ ਦੀ ਅੱਗ ਤੋਂ ਬਚ ਜਾਵਾਂਗੇ। ਜੇ ਅਸੀਂ ਉਸ 'ਤੇ ਨਿਹਚਾ ਕਰਦੇ ਹਾਂ ਤਾਂ ਅਸੀਂ ਸਦਾ ਸਦਾ ਦੇ ਲਈ ਪਰਮੇਸ਼ਵਰ ਦੇ ਸਵਰਗ ਰਾਜ ਵਿੱਚ ਉਹਦੇ ਨਾਲ ਰਾਜ ਕਰਾਂਗੇ। ਇਹ ਵਾਅਦਾ ਪਰਮੇਸ਼ਵਰ ਦਾ ਹੈ। ਉਹ ਕਹਿੰਦਾ ਹੈ, ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ। ਕੀ ਤੁਸੀਂ ਵਿਸ਼ਵਾਸ ਕਰਨਾ ਚਾਹੁੰਦੇ ਹੋ? ਜੇ ਵਿਸ਼ਵਾਸ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਸਮਝ ਅਤੇ ਉਸ ਦੀ ਬੁੱਧ ਤੁਹਾਡੇ ਵਿੱਚ ਰਾਜ ਕਰੇਗੀ ਅਤੇ ਤੁਸੀਂ ਉਹਦੇ ਨਾਲ ਰਾਜ ਕਰੋਗੇ। ਪਰਮੇਸ਼ਰ ਆਪ ਸਭ ਦੇ ਵਿੱਚ ਇਸ ਤਰ੍ਹਾਂ ਹੋਣ ਦੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਰਨਾ।